ठीक है एडजस्टमेंट फार्म दिओ नाल 2.5 लाख रुपया दिओ ते बुकिंग हो गई 4.5 लाख ते फार्म 50,000 दा 1.5 लाख ਦੀ ਨਾਲ ਐਡਜਸਟਮੈਂਟ ਮਿਲੀ ਯਾਨੀ ਇੱਕ ਸੱਟਾ ਹੋ ਗਿਆ ਯਾਨੀ ਇਹ ਉਹ ਸੱਟਾ ਜਿਹੜਾ ਇੱਜ਼ਤ ਨਾਲ ਹੋ ਰਿਹਾ ਜੀ ਜੀ ਜਿਹੜਾ ਫੜਿਆ ਨਹੀਂ ਜਾਂਦਾ ਜੇ ਬੁੱਢੀ ਗੁੱਸੇ ਨਾਲ ਬੋਲੀਏ ਤੇ ਉਹਦੇ ਨਾਲ ਵੀ ਮੈਨੇਜ ਕਰਨਾ ਤੁਸੀਂ ਵੀ ਜਿਵੇਂ ਅਕਸਰ ਭਾਬੀ ਹੁਣਾਂ ਨਾਲ ਮੈਨੇਜ ਕਰਦੇ ਹੋ ਜ਼ਾਹਰ ਝਿੜਕਾਂ ਝੁੜਕਾਂ ਖਾ ਲੈਂਦੇ ਜੀ ਜੀ ਚਲੋ ਇਹ ਤਾਂ ਗੱਲ ਇੱਕ ਜੀ 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 ਤੇ ਮੈਂ ਤੇ ਨਹੀਂ ਖੈਰ ਮੈਂ ਨਹੀਂ ਤੁਸੀਂ ਵੀ ਮੈਂ ਹੀ ਹੋ ਨਹੀਂ ਉਹ ਹੁਣ 1.5 ਲੱਖ ਦਾ ਦੇ ਕੇ ਨਾ ਡੀਲਰ ਨੂੰ ਲਾਲਚ ਤੇ ਪਲਾਟ ਕੀਮਤੀ ਹੋ ਗਿਆ 5 ਲੱਖ ਰੁਪਈਆ ਤਲਿਆ ਫੇਰ ਡੀਲਰ ਗਿਆ ਡੀਲਰ ਇਸ ਲਈ ਮਜ਼ਲੂਮ ਹਾਂਜੀ ਇਹ ਤਰਿਆ ਗਿਆ ਜੇ ਕਿ ਤਲਿਆ ਗਿਆ ਜੇ ਤਲਿਆ ਗਿਆ ਯਾਨੀ ਉਹ ਜਿਹੜਾ ਅੱਜ ਕੱਲ ਹਾਫ ਫਰਾਈ ਤੇ ਫੁੱਲ ਫਰਾਈ ਚੱਲਿਆ ਜਿਹੜਾ ਸੱਟਾ ਹੈ ਨਾ ਇਹ ਡਿਵੈਲਪਰ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ ਓਹੋ ਮੇਰੇ ਤੇ ਨਾ ਕੇਸ ਕਰਾ ਦੇਣਾ ਮੈਂ ਟਾਊਨ ਦਾ ਮਾਲਕ ਨਹੀਂ ਹੈਗਾ ਉਹ ਚਲੋ ਕਿਸੇ ਦੇ ਬਾਣੀ ਜਾਓਗੇ ਨਾ ਕਿਸੇ ਲਈ ਮੇਰੇ ਗਰੀਬ ਦੀ ਜ਼ੁਬਾਨ ਹੀ ਪਾ ਕੇ ਕੋਈ ਹੋ ਜਾਂਦਾ ਕੱਲ ਨੂੰ ਤੁਸੀਂ ਟਾਊਨ ਦੇ ਮਾਲਕ ਹੋ ਜਾਓ ਇਸੇ ਬਹਾਨੇ ਨਾਲ ਕੀ ਆਪਣੀ ਜ਼ੁਬਾਨ ਪਾਕ ਕੀਤੀ ਲੈ ਤਾਂ ਤੁਸੀਂ ਵੀ ਤਾਂ ਟਾਊਨ ਦੇ ਮਾਲਕ ਬਣੇ ਹੋ ਨਾ ਉਹਨਾਂ ਨੇ ਆ ਕੇ ਰੌਲਾ ਪਾਤਾ ਭਾਈ ਇਹਨਾਂ ਕੋਲ ਜਗ੍ਹਾ ਨਹੀਂ ਜੀ ਹੈ ਇਹਨਾਂ ਦੀ ਰਜਿਸਟਰੀ ਕੋਈ ਨਹੀਂ ਜੀ ਹੈ ਇਹਨਾਂ ਕੋਲ ਕੋਈ ਸ਼ੈ ਨਹੀਂ ਹੈ ਉਹ ਹੁੰਦਾ ਕੀ ਏ ਹੁਣ ਉਹ ਵੇਖਦੇ ਨੇ ਕਿ ਯਾਰ 6 ਵਰਗੇ ਕਈ ਬੰਦੇ ਇੱਕ ਬੰਦਾ ਨਹੀਂ ਪੂਰਾ ਇੱਕ ਚੇਨ ਹੁੰਦੀ ਹੈ ਪੂਰਾ ਇੱਕ ਨੈਟਵਰਕ ਹੈ ਉਹ ਜਦੋਂ ਰੌਲਾ ਪਾਉਂਦੇ ਨੇ ਨਾ ਉਹ ਫਿਰ ਜਨਾਬ ਰੇਟ ਡਿੱਗਣਾ ਸ਼ੁਰੂ ਹੋ ਜਾਂਦਾ ਉਹਨੂੰ ਪਹਿਲਾਂ ਇਹੀ ਤੇ ਫਨ ਡ੍ਰੀਮ ਕੀਤਾ ਜਾਂਦਾ ਨਾ ਕਿਸ ਤੇ ਲੈ ਕੇ ਉਹਨਾਂ ਨੇ ਆਣਾ ਉਹ ਫਿਰ ਜਦੋਂ ਮੈਂ ਇਹੀ ਤੇ ਕਹਿ ਰਿਹਾ ਕਿ ਵਿਚਾਰੇ ਨੂੰ ਨਾਲ ਮੈਂਗੋ ਪਾਰਟੀ ਨਾਲ ਮੈਂਗੋ ਖਾ ਰਹੇ ਨੇ ਨਾਲ ਹਾਈਟੀ ਕਰ ਰਹੇ ਨੇ ਤੇ ਨਾਲ ਵਿਚਾਰੇ ਦੇਖ ਰਹੇ ਨੇ ਵੀ ਇਹ ਪਾਰਕ ਬਣ ਰਿਹਾ ਹੈ ਇਹ ਸਾਰਾ ਉਹਨਾਂ ਨੂੰ ਦੱਸਿਆ ਜਾਂਦਾ ਤੇ ਸਰ ਜੀ ਉਹ ਪੈਸੇ ਆਪਣੇ ਹੀ ਖਾਂਦੇ ਨੇ ਸਾਡੇ ਵਜ਼ੀਰ ਆਜ਼ਮ ਨੇ ਸਾਡੇ ਜਿਤਨੇ ਵੀ ਅਦਾਰੇ ਸਨ ਉਹਨਾਂ ਫੌਰੀ ਤੌਰ ਤੇ ਐਕਸ਼ਨ ਲੈ ਕੇ ਉਹਦੇ ਤੇ ਪਾਬੰਦੀ ਲਾਈ ਫਿਰ ਉਹਨੂੰ ਜੁਰਮਾਨਾ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਮਾਫੀ ਮੰਗੀ ਹਾਂਜੀ ਹਾਂਜੀ ਨੂਰੇ खुदा कुफर की पेशानी पे है खंदाजन वाह नूरे खुदा कुफर की पेशानी पे है खंदाजन फूंकों से ये चिराग बुझाया न जाएगा और बेशक चली है बादे खजा दुश्मनों से मगर कोई गुल भी इस गुलिस्तान से गिराया न जाएगा वाह जी वाह जी अस्सलाम वालेकुम नाज़रीन मैं आपका ताहिर नौशाद आप देख रहे हैं प्रोग्राम चाचा प्रॉपर्टी चाचा प्रॉपर्टी जी अस्सलाम वालेकुम की हाल है जी वालेकुम अस्सलाम अल्हम्दुलिल्लाह चाचा प्रॉपर्टी जी अजकल ਜਿਹੜਾ थोड़े दिन पहले एक वाकया होया निजी चैनल ने हाँ जी कोई ऐसी फिल्म चला देती हाँ जी और मेरा ख्याल है कि अच्छा किया उन्होंने माजरत की थी और उन्होंने सज़ा भी भुगत ली जी जी और एक्सेप्ट करना चाहिए बंदे ਨੂੰ बिल्कुल ਮੇਰੇ ਕੋਲੋਂ ਮਿਸਟੇਕ ਹੋਈ ਹੈ हाँ जी ਇਨਸਾਨ ਕੋਲ ਹੀ ਗਲਤੀ ਹੁੰਦੀ ਹੈ ऐसे ही ਤੇ ਲੇਕਿਨ ਇਹ ਮਿਸਟੇਕ ਕਿਸੇ ਹੋਰ ਕੋਲੋਂ ਜਾਂ ਦੁਬਾਰਾ ਨਹੀਂ ਹੋਣੀ ਚਾਹੀਦੀ बिल्कुल ऐसे ਤੁਹਾਡਾ ਇਹਦੇ ਬਾਰੇ ਚ ਕੀ ਖਿਆਲ ਹੈ ਗੱਲ ਇਹ ਵੇ ਕਿ ਤਾਹਰ ਸਾਹਿਬ ਇੰਤਹਾਈ ਸੈਂਸਿਟਿਵ ਮੌਜੂ ਹੈ ਜੀ 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 ਕਿਉਂਕਿ ਹਰ ਮੂਮਨ ਹਰ ਮੁਸਲਮਾਨ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੇ ਦਿਲ ਵਿੱਚ ਵਸਾਇਆ ਹੋਇਆ ਹੈ ਬੇਸ਼ੱਕ और नबी करीम सल्लल्लाहु अलैहि वसल्लम अल्लाह तो बाद खुदा बुजुर्ग तू ही किस्सा मुख्तसर वाह कि नबी मुहतशम सल्लल्लाहु अलैहि वसल्लम दी ज़ात वो हस्ती है कि जड़ी जाने रहमत भी है और शफात दा सेहरा भी आप दे बेशक और अल्लाह पाक ने सूरह हुजरात विच वाज़े तौर ते कह दिता है हाँ जी कि नबी करीम सल्लल्लाहु अलैहि वसल्लम दी एक रत्ती बराबर भी तौहीन बर्दाश्त नहीं की और हो ही नहीं सकती किसी को नहीं बर्दाश्त हो सकती और अल्लाह पाक कुरान च भी फरमांदा है कि ये मेरा हबीब आखिरी नबी है जी 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 जो नबी करीम सल्लल्लाहु अलैहि वसल्लम आखिरी नबी ने हबीबे खुदा ने हुण असी माज अल्लाह किसी दी शबी नूं भी नबी नहीं कह सकते बेशक ਇਹ ਅੱਗੇ ਤੁਸੀਂ ਇਜ਼ਹਾਰ ਕੀਤਾ ਹੈ ਕਿ ਜਿਹੜਾ ਉਹ ਨਿੱਜੀ ਚੈਨਲ ਸੀ ਉਨ ਤੇ ਫੌਰੀ ਤੌਰ ਤੇ ਅਦਾਰਿਆਂ ਨੇ ਐਕਸ਼ਨ ਲਿਆ ਹਾਂਜੀ ਸਾਡੇ ਵਜ਼ੀਰ ਆਜ਼ਮ ਨੇ ਸਾਡੇ ਜਿਤਨੇ ਵੀ ਅਦਾਰੇ ਸਨ ਉਹਨਾਂ ਫੌਰੀ ਤੌਰ ਤੇ ਐਕਸ਼ਨ ਲੈ ਕੇ ਉਹਦੇ ਤੇ ਪਾਬੰਦੀ ਲਾਈ ਫਿਰ ਉਹਨੂੰ ਜੁਰਮਾਨਾ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਮਾਫੀ ਮੰਗੀ ਹਾਂਜੀ ਗੋ ਕੇ ਅੱਲਾਹ ਪਾਕ ਨੇ ਇਹਦੀ ਮਾਫੀ ਨਹੀਂ ਦਿੱਤੀ ਹੋਈ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੇ ਨੰਬਰ ਤੇ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਇਦਾਰੇ ਵੀ ਅੱਲਾਹ ਦੀ ਰਹਿਮਤ ਦੇ ਨਾਲ ਚੁੱਪ ਨਹੀਂ ਬੈਠੇ ਹਰ ਚੀਜ਼ ਦਾ ਧਿਆਨ ਰੱਖਦੇ ਨੇ ਜੀ ਔਰ ਜਿਹੜਾ ਮੁਸਲਮਾਨ ਹੈ ਉਹਦੇ ਜ਼ਿਹਨ 'ਚ ਕਨਸੈਪਟ ਹੈ ਹੀ ਨਹੀਂ ਔਰ ਆ ਹੀ ਨਹੀਂ ਸਕਦਾ ਕਿ ਇਹੋ ਜਿਹੀ ਗਲਤੀ ਹੋਵੇ ਤਾਹਰ ਸਾਹਿਬ ਅਸੀਂ ਇਸਲਾਮੀ ਜਮਹੂਰੀਆ ਪਾਕਿਸਤਾਨ ਵਿੱਚ ਰਹਿ ਰਹੇ ਹਾਂ ਜੀ ਸਾਡੇ ਵਜ਼ੀਰ ਆਜ਼ਮ ਤੋਂ ਲੈ ਕੇ ਹਾਂਜੀ ਆਖਰੀ ਮੋਮਨ ਮੁਸਲਮਾਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਅਲਹਮਦੁਲਿਲਾ ਮੁਹੱਬਤ ਫਰਮਾਂਦਾ ਹੈ ਬੇਸ਼ੱਕ ਮੁਹੱਬਤ ਕਰਦਾ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ
ਕੋਈ ਕਿਸੇ ਕਿਸਮ ਦਾ ਇੱਕ ਰੱਤੀ ਬਰਾਬਰ ਵੀ ਅਗਰ ਕੋਈ ਹਰਫ ਵੀ ਕਹੇਗਾ ਨਾ ਤੇ ਅਸੀਂ ਆਪਣੀਆਂ ਜਾਨਾਂ ਦੀ ਦੇਣ ਵਾਸਤੇ ਤਿਆਰ ਹਾਂ। ਬੇਸ਼ੱਕ ਬੇਸ਼ੱਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਕੋਈ ਕੰਪਰੋਮਾਈਜ਼ ਨਹੀਂ ਹੈ। ਉਹ ਅੱਲਾ ਨੇ ਨਹੀਂ ਕੀਤਾ, ਸਾਡੀ ਕੀ ਔਕਾਤ ਹੈ। ਜੀ ਜੀ ਜਿਨ੍ਹਾਂ ਦੇ ਮਹਿਬੂਬ ਨੇ, ਵੇਖੋ ਨਾ, ਰੱਬ ਕਰੀਮ ਅੱਲਾ ਅਜ਼za व जल है, ਉਹ ਰਹਿਮਾਨ ਖੁਦ ਦਰੂਦ ਭੇਜਦਾ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ। ਹਾਏ ਹਾਏ ਯਾਨੀ ਇਹਨੂੰ ਏਡੀ ਵੱਡੀ ਹਸਤੀ। ਕੀ ਬਾਤ ਤੇ ਇੱਕ ਮੈਨੂੰ ਨਾ ਇੱਥੇ ਇੱਕ ਸ਼ੇਰ ਯਾਦ ਆ ਗਿਆ ਜਿਹੜਾ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ। ਜੀ ਜੀ ਨੂਰੇ खुदा कुफर की पेशानी पे है खंदाजन, वाह, नूरे खुदा कुफर की पेशानी पे है खंदाजन, फूंकों से ये चिराग बुझाया न जाएगा, और बेशक चली है बादे खजा दुश्मनों से, मगर कोई गुल भी इस गुलिस्तान से गिराया न जाएगा। वाह जी वाह, क्या बात है चाचा प्रॉपर्टी जी। अच्छी गल है, इजहार करना चाहिए और तुसी भी कीता, मैं भी कीता, सब लोग कर रहे हैं और एहतियात करनी चाहिए। हुण असीं आ जाने अपने असली टॉपिक ते। जी जी टॉपिक है चाचा जी कि एडजस्टमेंट जिहड़ा फार्म है, जी जी, ਇਹ ਕੀ ਸਿਆਪਾ ਹੈ, ਕੀ ਰੌਲਾ ਹੈ। ਯਾਨੀ ਕਿ ਅਸੀਂ ਸਾਡੇ ਪਾਕਿਸਤਾਨ 'ਚ ਸਿਰਫ ਇਹੀ ਸਿਸਟਮ ਰਹਿਣਾ ਕਿ ਅਸੀਂ ਐਡਜਸਟਮੈਂਟ ਕਰਨੀ ਹੈ, ਯਾਨੀ ਕਿ ਮੈਨੇਜ ਕਰਨਾ ਹੈ। ਅਗਰ ਉਹ ਭਾਵੇਂ ਮਿਸਾਲ ਦੇ ਤੌਰ ਤੇ ਬਾਹਰ ਦੇ ਲੋਕ ਹੋਣ, ਭਾਵੇਂ ਘਰ ਦੇ ਲੋਕ ਹੋਣ, ਭਾਵੇਂ ਬੁੱਢੀ ਹੋਵੇ, ਜੇ ਬੁੱਢੀ ਗੁੱਸੇ ਨਾਲ ਬੋਲੀਏ ਤੇ ਉਹਦੇ ਨਾਲ ਵੀ ਮੈਨੇਜ ਕਰਨਾ ਹੈ। ਤੁਸੀਂ ਵੀ ਜਿਵੇਂ ਅਕਸਰ ਭਾਬੀ ਹੁਣਾਂ ਨਾਲ ਮੈਨੇਜ ਕਰਦੇ ਹੋ, ਜ਼ਾਹਰ ਝਿੜਕਾਂ ਝੁੜਕਾਂ ਖਾ ਲੈਂਦੇ। ਜੀ ਜੀ, ਚਲੋ ਇਹ ਤਾਂ ਗੱਲ ਹੈ ਇੱਕ। ਜੀ 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 ਜੀ, ਤੇ ਮੈਂ ਤੇ ਨਹੀਂ, ਖੈਰ ਮੈਂ ਨਹੀਂ ਤੁਸੀਂ ਵੀ ਮੈਂ ਹੀ ਹੋ। ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਐਡਜਸਟਮੈਂਟ ਫਾਰਮ ਦੀ ਜਿਹੜੀ ਸਾਰਾ ਸਿਸਟਮ ਹੈ, ਇਹਦੇ ਬਾਰੇ ਜ਼ਰਾ ਇਲਮ ਤੇ ਰੋਸ਼ਨੀ ਪਾਓ। ਅੱਛਾ ਤਾਹਰ ਸਾਹਿਬ, ਯਕੀਨ ਕਰੋ ਬੜਾ ਅੱਛਾ ਸਵਾਲ ਹੈ। ਇਹ ਜਿਹੜਾ ਐਡਜਸਟਮੈਂਟ ਫਾਰਮ ਹੈ ਨਾ, ਜੀ ਜੀ, ਇਹ ਬੇਸਿਕਲੀ ਇੱਕ ਸੱਟਾ ਹੈ। ਓਏ ਹੋਏ, ਠੀਕ ਹੈ, ਇਹ ਸੱਟਾ ਇਸ ਤਰ੍ਹਾਂ ਦਾ ਹੈ ਕਿ ਦੇਖੋ, ਬਾਜ਼ ਡਿਵੈਲਪਰ ਨੇ ਉਹ ਜਦੋਂ ਫਾਈਲਾਂ ਜਾਂ ਟੋਨ ਵੇਚਣਾ ਚਾਹੁੰਦੇ ਹੋਣ ਨਾ, ਉਹ ਪਹਿਲਾਂ ਇੱਕ ਐਡਜਸਟਮੈਂਟ ਫਾਰਮ ਕੱਢ ਦਿੰਦੇ ਨੇ। ਅੱਛਾ ਜੀ, ਸਪੋਜ਼ ਉਹ ਕਹਿੰਦੇ ਜੀ ਆ ਮੇਰਾ 50,000 ਦਾ ਐਡਜਸਟਮੈਂਟ ਫਾਰਮ ਹੈ, ਇਹ 2 ਲੱਖ 'ਚ ਐਡਜਸਟ ਹੋਏਗਾ, ਪਰ ਇਹਦੇ ਤੇ ਬੁਕਿੰਗ ਹੋਏਗੀ। ਅੱਛਾ, ਯਾਨੀ ਬੁਕਿੰਗ ਦੀ ਕੀਮਤ ਸੀ ਡਾਊਨ ਪੇਮੈਂਟ ਦੀ 4.5 ਲੱਖ ਰੁਪਇਆ। ਓਕੇ, ਠੀਕ ਹੈ, ਐਡਜਸਟਮੈਂਟ ਫਾਰਮ ਦਿਓ, ਨਾਲ 2.5 ਲੱਖ ਰੁਪਈਆ ਦਿਓ, ਅੱਛਾ ਤੇ ਬੁਕਿੰਗ ਹੋ ਗਈ 4.5 ਲੱਖ। ਤੇ ਫਾਰਮ 50,000 ਦਾ, 1.5 ਲੱਖ ਦੀ ਨਾਲ ਐਡਜਸਟਮੈਂਟ ਮਿਲੀ, ਯਾਨੀ ਇੱਕ ਸੱਟਾ ਹੋ ਗਿਆ, ਯਾਨੀ ਇੱਕ ਤਰ੍ਹਾਂ ਦਾ ਜਨਾਬ ਲਾਲਚ ਦਿੱਤਾ, ਔਰ ਲੋਕਾਂ ਨੂੰ ਲਾਲਚ ਮਿਲਿਆ ਤੇ ਆਪਣੀ ਬੁਕਿੰਗ ਕਰ ਲਈ। ਯਾਨੀ ਇਹ ਉਹ ਸੱਟਾ ਹੈ ਜਿਹੜਾ ਇੱਜ਼ਤ ਨਾਲ ਹੋ ਰਿਹਾ। ਜੀ ਜੀ, ਜਿਹੜਾ ਫੜਿਆ ਨਹੀਂ ਜਾਂਦਾ, ਜਿਹੜਾ ਫੜਿਆ ਨਹੀਂ ਜਾਣਾ, ਉਹ ਦੇਖੋ ਜੀ ਸੱਟਾ ਹੋ ਰਿਹਾ ਜੀ। ਤੁਸੀਂ ਤੜੀ ਨਾਲ ਵੀ ਕਹਿ ਦਿਓ ਤਾਂ ਕੁਝ ਨਹੀਂ ਕੋਈ ਕਰ ਸਕਦਾ। ਜ਼ਾਹਰੀ ਬਾਤ ਹੈ, ਵਾਈਟ ਕਾਲਰ ਕ੍ਰਾਈਮ ਇਹਨੂੰ ਹੀ ਕਹਿੰਦੇ ਨੇ, ਤੁਹਾਡੀ ਗ੍ਰਿਫਤ ਨਹੀਂ ਹੋਏਗੀ। ਅੱਛਾ, ਦੂਸਰੀ ਕਿਸਮ ਇਹ ਹੁੰਦੀ ਹੈ, ਇਹ ਜਿਹੜਾ ਪਹਿਲੀ ਕਿਸਮ ਤੁਹਾਨੂੰ ਦੱਸੀ ਨੇ, ਇਹਦਾ ਪਤਾ ਕੀ ਮੁਸੀਬਤ ਹੁੰਦੀ ਹੈ, ਇਹ ਵੀ ਡਿਲੀਵਰ ਨਹੀਂ ਕਰਦੇ। ਅਕਸਰ ਲੋਕ ਡਿਲੀਵਰ ਨਹੀਂ ਕੀਤਾ ਉਹਨਾਂ ਨੇ। ਓਹੋ, ਯਾਨੀ ਜਦੋਂ ਇੱਕ ਐਡਜਸਟਮੈਂਟ ਮਿਲਦੀ ਹੈ ਨਾ, ਤੇ ਡੀਲਰ ਜਿਹੜਾ ਹੈ ਨਾ, ਡੀਲਰ ਉਹਨੂੰ ਲਾਲਚ ਹੁੰਦੀ ਹੈ, ਉਹ ਫਿਰ ਨਾਨੇ ਨੂੰ ਵੀ ਲੈ ਕੇ ਦੇਣ ਡਿਆ, ਦਾਦੇ ਨੂੰ ਵੀ ਲੈ ਕੇ ਦੇਣ ਡਿਆ, ਭਰਾ ਨੂੰ ਵੀ ਲੈ ਕੇ ਦੇਣ ਡਿਆ, ਮਾਮੇ ਨੂੰ ਵੀ ਲੈ ਕੇ ਦੇ ਰਿਹਾ, ਉਹ ਰਿਸ਼ਤੇਦਾਰਾਂ ਨੂੰ ਲੈ ਕੇ ਦੇ ਰਿਹਾ, ਦੋਸਤਾਂ ਨੂੰ, ਸਾਰਿਆਂ ਨੂੰ ਉਹ ਫਾਈਲਾਂ ਲੈ ਕੇ ਦੇ ਰਿਹਾ। ਯਾਨੀ ਜਿਹਦੇ ਕੋਲ ਪੈਸੇ ਹੁੰਦੇ ਨੇ, ਨਾਜ਼ਰੀਨ ਤੁਸੀਂ ਇਹ ਜ਼ਰਾ ਗੌਰ ਕਰੋ ਕਿ ਐਡਜਸਟਮੈਂਟ ਫਾਰਮ ਦੀ ਕੀ ਵੱਡਾ ਕੰਮ ਜਿਹੜਾ ਅਸਲ ਦਾ ਉਹ ਇਹ ਵੇ ਕਿ ਜਦੋਂ ਮੈਂ ਫਾਰਮ ਲੈ ਲਿਆ ਤੇ ਮੈਨੂੰ ਪਤਾ ਹੈ ਕਿ ਇਹਦੇ 'ਚ ਮੈਨੂੰ ਇੰਨੇ ਪੈਸੇ ਆਣੇ ਨੇ, ਉਸ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਵੀ ਲੈ ਦੇਣੇ ਨੇ, ਆਪਣੀ ਬੁੱਢੀ ਦੇ ਨਾਂ 'ਤੇ ਵੀ ਲੈ ਲੈਣੇ ਨੇ, ਆਪਣੇ ਤਾਏ ਦੇ ਨਾਂ 'ਤੇ ਵੀ ਲੈ ਲੈਣੇ ਨੇ, ਉਹਨਾਂ ਦੀ ਵੀ ਦਿਹਾੜੀ ਲਾਉਣੀ ਤੇ ਆਪਣੀ ਵੀ ਦਿਹਾੜੀ ਲਾਉਣੀ। ਹਾਂ, ਅੱਛਾ, ਹੁੰਦਾ ਫਿਰ ਕੀ ਹੈ ਕਿ ਉਹ ਜਿਹੜਾ ਅਦਾਰਾ ਹੁੰਦਾ ਨਾ, ਉਹ ਕਦੀ ਖਸਾਰੇ 'ਚ ਨਹੀਂ ਜਾਂਦਾ। ਅੱਛਾ ਜੀ, ਹੁਣ ਅਗਰ ਉਹਨੇ 1.5 ਲੱਖ ਦੀ ਐਡਜਸਟਮੈਂਟ ਰੱਖੀ ਹੈ ਨਾ, ਉਹਨੇ ਪਲਾਟ 5 ਲੱਖ ਮਹਿੰਗਾ ਕਰ ਲਿਆ। ਓਹੋ, ਉਹ ਖਾਲੀ ਉਹਨੇ ਐਡਜਸਟਮੈਂਟ ਦੇ ਨਹੀਂ ਪੈਸੇ ਕੱਢਣੇ, ਅੱਛਾ, ਉਹਨੇ ਮੀਡੀਆ ਦੇ ਵੀ ਪੈਸੇ ਕੱਢਣੇ ਨੇ, ਉਹਨੇ ਡੀਲਰਾਂ ਦੀ ਵੀ ਕਮਿਸ਼ਨ ਕੱਢਣੀ ਹੈ, ਉਹਨੇ ਖਰਾਜਾਤ ਰੋਜ਼ਮਰਾ ਦੇ ਵੀ ਕੱਢਣੇ ਨੇ। ਉਹ ਹੁਣ 1.5 ਲੱਖ ਦਾ ਦੇ ਕੇ ਨਾ ਡੀਲਰ ਨੂੰ ਲਾਲਚ, ਤੇ ਪਲਾਟ ਕੀਮਤੀ ਹੋ ਗਿਆ 5 ਲੱਖ ਰੁਪਈਆ। ਤਲਿਆ ਫਿਰ ਡੀਲਰ ਗਿਆ, ਡੀਲਰ ਇਸ ਲਈ ਮਜ਼ਲੂਮ। ਹਾਂਜੀ, ਇਹ ਤਰਿਆ ਗਿਆ ਜੇ ਕਿ ਤਲਿਆ ਗਿਆ ਜੇ? ਤਲਿਆ ਗਿਆ। ਯਾਨੀ ਉਹ ਜਿਹੜਾ ਅੱਜ ਕੱਲ ਹਾਫ ਫਰਾਈ ਤੇ ਫੁੱਲ ਫਰਾਈ ਚੱਲਿਆ। ਅੱਛਾ, ਤਰਿਆ ਗਿਆ ਤਾਂ ਹੁੰਦਾ ਨਾ ਰੁੜ ਗਿਆ। ਆਹੋ, ਨਹੀਂ ਉਹ ਤਰਿਆ ਤੇ ਜਾਂਦਾ, ਤਰਿਆ ਗਿਆ ਤੇ ਰੁੜ ਗਿਆ ਨਾ। ਆਹੋ, ਤੇ ਤਲਿਆ ਗਿਆ ਜਿਹੜਾ ਉੱਥੇ ਹੀ ਸੜ ਪੁੱਜ ਗਿਆ। ਅੱਛਾ, ਉਹ ਹੁਣ ਜਿਹੜਾ ਸਾਡਾ ਡਿਵੈਲਪਰ ਹੈ, ਉਹ ਕੀ ਕਰਦਾ ਹੈ, ਉਹਦੇ ਤੇ ਬੇਸ਼ੁਮਾਰ ਫਾਈਲਾਂ ਵੇਚ ਦਿੰਦਾ। ਅੱਛਾ, ਯਾਨੀ ਸਪੋਜ਼ 4000 ਫਾਈਲ ਵੇਚਣੀ ਸੀ, ਹਾਂਜੀ, ਤੇ ਵਿਕ ਜਾਂਦੀ 6000। ਠੀਕ ਹੈ। ਹੁਣ ਉਹ ਜਦੋਂ ਵੇਖਦਾ ਨਾ ਕਿ ਜੀ ਮੇਰੀ 6000 ਵਿਕ ਗਈ, ਤੇ ਮੇਰੇ ਕੋਲ ਤੇ 4000 ਦੀ ਵੀ ਹਲੇ ਜ਼ਮੀਨ ਪੂਰੀ ਨਹੀਂ ਸੀ ਹੈ, ਜ਼ਮੀਨ ਮੇਰੇ ਕੋਲ 3000 ਫਾਈਲ ਦੀ ਸੀ ਜਾਂ 3000 ਪਲਾਟ ਦੀ ਸੀ। ਹੁਣ ਉਹ ਕੀ ਕਰਦਾ ਹੈ ਕਿ ਉਹ ਐਡਜਸਟਮੈਂਟ ਫਾਰਮ ਜਿਹੜਾ ਵੇਚਿਆ ਹੁੰਦਾ ਹੈ, ਜਿਹਦੇ ਉੱਤੇ 50,000 ਵਾਲਾ ਫਾਰਮ ਜਿਹੜਾ ਸੀ ਨਾ,
ਉਹ 1.5 ਲੱਖ ਦੀ ਲਾਲਚ ਦੇ ਕੇ ਕਿਸੇ ਨੇ 70 ਦਾ ਲਿਆ, ਕਿਸੇ ਨੇ 80 ਦਾ ਲਿਆ, ਕਿਸੇ ਨੇ 60 ਦਾ ਲਿਆ। ਉਹ ਭਾਜੀ ਇੱਕ ਸਿਰਫ ਸੋਸ਼ਾ ਹੀ ਛੱਡਣਾ ਹੁੰਦਾ ਜਿਹਨੂੰ ਅਸੀਂ ਰੂਮਰ ਕਹਿੰਦੇ ਆ। ਤੇ ਬਾਅਦ ਚੋਂ ਫਿਰ ਕਵਰ ਕਿਵੇਂ ਹੁੰਦਾ ਹੈ? ਉਹੀ ਦੱਸ ਰਹੇ ਹਾਂਜੀ, ਇੱਕ ਸੋਸ਼ਾ ਛੱਡਿਆ, ਇੱਕ ਰੂਮਰ ਫੈਲਾਇਆ ਕਿ ਜੀ ਇਹਨਾਂ ਕੋਲ ਜਗ੍ਹਾ ਨਹੀਂ ਜੀ ਹੈ। ਅੱਛਾ, ਇੱਕ ਛੋਟਾ ਜਿਹਾ ਇਹਦੇ ਵਿੱਚੋਂ ਆਪਣੇ ਬੰਦਿਆਂ ਕੋਲ ਹਾਂਜੀ ਬਿਲਕੁਲ। ਇਹ ਡਿਵੈਲਪਰ ਦੀ ਮਾਈ ਜਿਹੜਾ ਸੱਟਾ ਹੈ ਨਾ, ਹਾਂ, ਇਹ ਡਿਵੈਲਪਰ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ। ਓਹੋ, ਤਾਹਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਤੁਸੀਂ ਟਾਊਨ ਦੇ ਮਾਲਕ ਹੋ, ਤੁਸੀਂ ਵੇਚਿਆ 6000 ਫਾਰਮ। ਮੇਰੇ ਤੇ ਨਾ ਕੇਸ ਕਰਾ ਦੇਣਾ, ਮੈਂ ਟਾਊਨ ਦਾ ਮਾਲਕ ਨਹੀਂ ਹੈਗਾ। ਉਹ ਚਲੋ ਕਿਸੇ ਦੇ ਬਾਣੀ ਜਾਓਗੇ ਨਾ, ਕਿਸੇ ਲਈ ਮੇਰੇ ਗਰੀਬ ਦੀ ਜ਼ੁਬਾਨ ਹੀ ਪਾ ਕੇ ਕੋਈ ਹੋ ਜਾਂਦਾ, ਕੱਲ ਨੂੰ ਤੁਸੀਂ ਟਾਊਨ ਦੇ ਮਾਲਕ ਹੋ ਜਾਓ। ਇਸੇ ਬਹਾਨੇ ਨਾਲ ਕੀ ਆਪਣੀ ਜ਼ੁਬਾਨ ਪਾਕ ਕੀਤੀ। ਲੈ ਤਾਂ ਤੁਸੀਂ ਵੀ ਤਾਂ ਟਾਊਨ ਦੇ ਮਾਲਕ ਬਣੇ ਹੋ ਨਾ। ਅੱਛਾ, ਹੁਣ ਉਹਨਾਂ ਤਾਹਰ ਸਾਹਿਬ 6000 ਫਾਰਮ ਵੇਚੇ ਆ ਸੀ। ਅੱਛਾ ਜੀ, ਹੁਣ ਉਹ 6000 ਫਾਰਮ ਦੀ ਸਾਰੀ ਜਿੰਨੀ ਵੀ ਉਹਦੀ ਫਰਿਸ਼ਤ ਹੈ, ਹਾਂਜੀ, ਜਿੰਨੀ ਵੀ ਡਿਟੇਲ ਹੈ, ਉਹ ਤੁਹਾਡੇ ਕੋਲੇ। ਹਾਂ, ਹੁਣ ਉਹ ਮੰਡੀ 'ਚ ਉਹਦਾ ਲੈਣ ਦੇਣ ਹੋ ਰਿਹਾ। ਬਿਲਕੁਲ ਬਿਲਕੁਲ ਸਹੀ। ਹੁਣ ਜਿਹੜਾ ਫਾਰਮ ਤੇ ਤੁਹਾਡੇ ਕੋਲ ਜਮ੍ਹਾਂ ਹੁੰਦਾ ਹੈ ਹਾਂਜੀ, ਆ ਕੇ ਐਡਜਸਟਮੈਂਟ ਲੈਣ ਹਾਂਜੀ, ਵਾਸਤੇ, ਹਾਂਜੀ। ਤੁਹਾਨੂੰ ਉਹਦਾ ਵੀ ਪਤਾ ਹੈ ਕਿ ਮੈਂ 6 ਵੇਚਿਆ ਸੀ ਤੇ 1000 ਜਮ੍ਹਾਂ ਹੋ ਗਿਆ, ਹਾਲੇ ਮੰਡੀ 'ਚ 5000 ਹੈ। ਹੁਣ ਤੁਸੀਂ ਕੀ ਕਰਦੇ ਹੋ ਕਿ ਤੁਸੀਂ ਜਨਾਬ ਹੁਣ ਵੇਚ ਲਿਆ, ਪੈਸਾ ਕਮਾ ਲਿਆ, ਪੈਸਾ ਤੁਹਾਡੇ ਕੋਲ ਆ ਗਿਆ। ਤੁਸੀਂ ਕਿਹਾ ਸ਼ੇਖ ਹਬੀਬ ਨੂੰ, ਸ਼ੇਖ ਹਬੀਬ ਸਾਹਿਬ ਨੇ ਡੀਲਰ, ਅੱਛਾ, ਤੁਸੀਂ ਕਿਹਾ ਸ਼ੇਖ ਹਬੀਬ ਸਾਹਿਬ ਨੂੰ ਕਿ ਹਬੀਬ ਸਾਹਿਬ ਮੈਨੂੰ ਇਹ ਫਾਰਮ ਚਾਹੀਦੇ ਨੇ, ਤੇ ਤੁਸੀਂ ਹੁਣ ਸ਼ੇਖ ਹਬੀਬ ਸਾਹਿਬ ਨੇ ਮੋਹਤਬਰ ਆਦਮੀ, ਉਹਨਾਂ ਨੇ ਆ ਕੇ ਰੌਲਾ ਪਾਤਾ, ਭਾਈ ਇਹਨਾਂ ਕੋਲ ਜਗ੍ਹਾ ਨਹੀਂ ਜੇ ਹੈ, ਇਹਨਾਂ ਦੀ ਰਜਿਸਟਰੀ ਕੋਈ ਨਹੀਂ ਜੇ ਹੈ, ਇਹਨਾਂ ਕੋਲ ਕੋਈ ਸ਼ੈ ਨਹੀਂ ਹੈ। ਉਹ ਹੁੰਦਾ ਕੀ ਏ, ਹੁਣ ਉਹ ਵੇਖਦੇ ਨੇ ਕਿ ਯਾਰ ਸ਼ੇਖ ਹਬੀਬ ਵਰਗੇ ਕਈ ਬੰਦੇ, ਇੱਕ ਬੰਦਾ ਨਹੀਂ, ਪੂਰਾ ਇੱਕ ਚੇਨ ਹੁੰਦੀ ਹੈ, ਅੱਛਾ, ਅੱਛਾ, ਪੂਰਾ ਇੱਕ ਨੈਟਵਰਕ ਹੈ। ਉਹ ਜਦੋਂ ਰੌਲਾ ਪਾਉਂਦਾ ਹੈ ਨਾ, ਉਹ ਫਿਰ ਜਨਾਬ ਰੇਟ ਡਿੱਗਣਾ ਸ਼ੁਰੂ ਹੋ ਜਾਂਦਾ। ਉਹ ਫਾਰਮ ਦਾ ਰੇਟ ਥੱਲੇ ਆਣਾ ਸ਼ੁਰੂ ਹੋ ਜੀ ਜਿਹੜਾ 50000 ਦਾ ਫਾਰਮ ਜਿਹਨੇ 70000 ਦਾ ਲਿਆ ਸੀ ਨਾ, ਹਾਂਜੀ, ਉਹ 40000 ਦਾ ਵੇਚਦਾ। ਉਹ ਸੋਚਦਾ ਕਿ ਚਲੋ ਯਾਰ ਮੇਰਾ 10000 ਘਟ ਜਾਵੇ ਲੇਕਿਨ ਮੇਰੇ ਪੈਸੇ ਆ ਜਾਣ। ਐ ਹੈ ਉਹ ਫਾਰਮ ਕੌਣ ਖਰੀਦਦਾ ਜੀ? ਡਿਵੈਲਪਰ ਦੇ ਬੰਦੇ। ਅੱਛਾ ਜੀ, ਡਿਵੈਲਪਰ ਨੇ ਨਾ ਦੋ ਤਰ੍ਹਾਂ ਦੀ ਕਿਸਮ ਰੱਖੀ ਹੁੰਦੀ। ਇੱਕ ਤੇ ਡਿਵੈਲਪਰ ਡਾਇਰੈਕਟ ਅੰਡਰ ਦੀ ਟੇਬਲ ਕਰਦਾ ਹੈ ਬਾਇੰਗ, ਇੱਕ ਬੰਦਿਆਂ ਨੂੰ ਉਹਨੇ ਲਾਲਚ ਦਿੱਤੀ ਹੁੰਦੀ ਹੈ ਕਿ ਭਾਈ ਫਾਰਮ ਖਰੀਦੋ ਤੇ ਮੈਂ ਤੁਹਾਡੀ ਐਡਜਸਟਮੈਂਟ ਕਰਾਂਗਾ। ਠੀਕ ਹੈ, ਠੀਕ ਹੈ। ਹੁਣ ਉਹ ਜਿਹੜਾ ਬੰਦਾ ਫਾਰਮ ਮੰਡੀ 'ਚ ਵੇਚਣ ਆਇਆ ਨਾ, ਉਹਨੂੰ ਫੌਰੀ ਪੈਸੇ ਮਿਲ ਜਾਂਦੇ ਨੇ। ਅੱਛਾ ਅੱਛਾ ਅੱਛਾ, ਹੁਣ ਡਿਵੈਲਪਰ ਆਪਣੇ ਬੰਦੇ ਕੋ ਸ਼ੇਖ ਹਬੀਬ ਕੋਲੋਂ ਕੁਆ ਕੇ ਰਿਹਾ। ਸ਼ੇਖ ਹਬੀਬ ਸਾਹਿਬ ਕਹਿ ਰਹੇ ਨੇ ਵੇਖੋ ਕਿੱਡਾ ਚੰਗਾ ਡਿਵੈਲਪਰ ਹੈ, ਕਿੱਡੀ ਚੰਗਾ ਇਹਦਾ ਇਤਮਾਦ ਹੈ, ਮੰਡੀ 'ਚ ਭਾਵੇਂ 10000 ਘਟਾ ਕੇ ਪੈਸੇ ਤੇ ਮਿਲਣ ਡੈ ਨੇ ਨਾ। ਓਹ ਅੱਛਾ, ਇੱਕ ਗੱਲ ਤੇ ਇਹ ਹੋ ਗਈ ਤਾਹਰ ਸਾਹਿਬ। ਦੂਸਰੀ ਜਿਹੜੀ ਫਾਰਮ ਦੀ ਐਡਜਸਟਮੈਂਟ ਹੁੰਦੀ ਹੈ ਨਾ, ਹਾਂਜੀ, ਉਹ ਹੁੰਦੀ ਹੈ ਫਾਰਮ, ਉਹ ਵੀ ਇਹਦੇ 20000 ਦਾ ਫਾਰਮ ਸੀ ਜਾਂ 25000 ਦਾ ਫਾਰਮ ਸੀ, ਉਹਦੀ ਐਡਜਸਟਮੈਂਟ ਹੈ ਸਿਰਫ 50000 ਦੀ। 25000 ਦਾ ਫਾਰਮ, ਐਡਜਸਟਮੈਂਟ 50000 ਦੀ। ਉਹ ਡਿਵੈਲਪਰ ਕੱਢਦਾ ਜਿਹਦੀਆਂ ਕਿਸ਼ਤਾਂ ਨਹੀਂ ਆਉਣ ਡਈਆਂ। ਓਹੋ, ਅੱਛਾ ਅੱਛਾ ਅੱਛਾ, ਯਾਨੀ ਕਿ ਉਹਨੇ ਕਿਸ਼ਤਾਂ ਲੈਣੀਆਂ ਨੇ ਨਾ, ਹਾਂ ਹਾਂ, ਉਹ ਫਿਰ ਆਪਣੇ ਬੰਦਿਆਂ ਨੂੰ ਦਿੰਦਾ ਹੈ, ਡੀਲਰਾਂ ਨੂੰ, ਕਿ ਯਾਰ ਇਹ 25000 ਰੁਪਏ ਦਾ ਮੇਰੇ ਕੋਲ ਫਾਰਮ ਲੈ ਲਓ ਤੇ ਤੁਸੀਂ ਐਡਜਸਟ 50000 ਦਾ ਕਰ ਲਿਆ ਜੇ ਤੇ ਕਿਸ਼ਤਾਂ ਲਿਆਓ। ਠੀਕ ਹੈ। ਉਹ ਫਿਰ ਸ਼ੇਖ ਹਬੀਬ ਸਾਹਿਬ ਜਨਾਬ ਫਿਰ ਫਿੱਟ ਹੋ ਜਾਂਦੇ ਨੇ। ਸ਼ੇਖ ਹਬੀਬ ਸਾਹਿਬ ਫੋਨ ਕਰ ਰਹੇ ਨੇ, ਭਾਈਜਾਨ ਡਿਵੈਲਪਮੈਂਟ ਸ਼ੁਰੂ ਹੋ ਗਈ ਹੈ, ਭਾਈਜਾਨ ਇਹਦਾ ਰੇਟ ਵੱਧ ਜਾਣਾ। ਉਹੀ ਬੰਦੇ ਜਿਹੜੇ ਕਹਿ ਰਹੇ ਨੇ ਦੀ ਨਹੀਂ ਹੈਗੀ ਡਿਵੈਲਪਮੈਂਟ। ਤੁਸੀਂ ਦੋਹਰਾ ਰੁਖ ਵੇਖੋ ਨਾ, ਯਾਰ ਇਹ ਇੱਕ ਸੁਸਾਇਟੀ ਦੇ ਡੀਲਰ ਇੰਜ ਕਰਦੇ ਨੇ, ਇਹ ਦੂਜੀ ਸੁਸਾਇਟੀ ਦੇ ਡੀਲਰ ਨੇ, ਉਹ ਇੰਜ ਕਰ ਰਹੇ ਨੇ। ਹੈਲੋ ਭਾਈਜਾਨ ਫਟਾਫਟ ਆ ਜਾਓ, ਭਾਈਜਾਨ ਐਡਜਸਟਮੈਂਟ ਹੋ ਰਹੀ ਹੈ 50000 ਦੀ, ਫਾਰਮ 25000 ਦਾ ਹੈ ਲੇਕਿਨ ਮੰਡੀ 'ਚੋਂ 30000 ਦਾ ਮਿਲ ਰਿਹਾ ਹੈ। 30000 ਦਾ ਫਾਰਮ ਮਿਲ ਰਿਹਾ ਹੈ, 20000 ਦਾ ਤੁਹਾਨੂੰ ਪ੍ਰੋਫਿਟ ਹੋ ਰਿਹਾ ਹੈ, ਕਿਸ਼ਤਾਂ ਜਮ੍ਹਾਂ ਕਰਾਓ। ਹਾਂ, ਠੀਕ ਹੈ। ਉਹ 10-10000 ਘਟਾ ਕੇ ਬਾਅਦ ਚੋਂ ਵੀ ਕਿਸ਼ਤ ਦੇ ਇਕੱਠੇ ਕਰਨ ਦੇ ਹੁੰਦੇ ਨੇ। ਨਹੀਂ ਉਹ 10000 ਵਾਲਾ ਹੋਰ ਹੈ। ਅੱਛਾ, ਇਹਦੇ ਤੇ ਵੀ ਘਟਣਗੇ, ਮੈਂ ਤੁਹਾਨੂੰ ਦੱਸਣਾ। ਅੱਛਾ, ਇਹ ਫਾਰਮ ਹੈ ਕਿਸ਼ਤਾਂ ਵਾਲਾ, ਇਹ ਕਿਸ਼ਤ ਦੀ ਐਡਜਸਟਮੈਂਟ ਹੈ। ਫਿਰ ਉਹਦੀ ਡਿਵੈਲਪਰ ਮਦਦ ਕਿਵੇਂ ਕਰਦਾ ਹੈ? ਡਿਵੈਲਪਰ ਹਾਈ ਟੀ ਰੱਖ ਲੈਂਦਾ, ਡਿਵੈਲਪਰ ਜਿਹੜਾ ਨਾ ਕੋਈ ਫੰਕਸ਼ਨ ਰੱਖ ਲੈਂਦਾ, ਡਿਵੈਲਪਰ ਮੈਂਗੋ ਪਾਰਟੀ ਰੱਖ ਲੈਂਦਾ, ਡਿਵੈਲਪਰ ਫੁੱਲਾਂ ਦੀ ਨਮਾਇਸ਼ ਕਰਦਾ, ਡਿਵੈਲਪਰ ਫੈਮਿਲੀ ਗਾਲਾ ਰੱਖਦਾ। ਉਹ ਲੋਕਾਂ ਨੂੰ ਉੱਥੇ ਬੁਲਾਉਂਦੇ ਨੇ, ਉਹਨਾਂ ਨੂੰ ਵਿਖਾਉਂਦੇ ਨੇ, ਵੇਖੋ ਜੀ ਇਹ ਸੜਕ ਖੱਬੇ ਜਾ ਰਹੀ ਸੀ, ਇਹ ਸੜਕ ਫਲਾਣੀ ਸੀ, ਇਹ ਸੜਕ ਹੁਣ ਇਹ ਰੋਡ ਇੱਧਰ ਜਾ ਰਿਹਾ, ਇਹ ਅੰਡਰਪਾਸ ਬਣ ਰਿਹਾ, ਇਹ ਓਵਰਹੈਡ ਬ੍ਰਿਜ ਬਣ ਰਿਹਾ। ਉਹ ਜਿੰਨੀਆਂ ਚੀਜ਼ਾਂ ਲੋਕਾਂ ਨੂੰ ਵਿਖਾਉਂਦੇ ਨੇ ਨਾ, ਉਹਦੇ ਨਾਲ ਨਾਲ ਮੋਟੀਵੇਟ ਕਰ ਰਿਹਾ ਹੁੰਦਾ ਡੀਲਰ ਕਹਿੰਦਾ ਭਾਜੀ ਅਗਰ ਇਹ ਤੁਸੀਂ ਕਿਸ਼ਤ ਨਾ ਜਮ੍ਹਾਂ ਕਰਾਈ ਤੇ ਤੁਹਾਡਾ ਪਲਾਟ ਕੈਂਸਲ ਹੋ ਜਾਣਾ। ਔਰ ਤੁਸੀਂ ਇਹ ਦੇਖੋ ਕਿ ਉਹ ਜਿਹੜੇ ਮਸਕੀਨ ਕਿਸ਼ਤ ਲੈ ਕੇ ਆਉਣਾ ਚਾਹ ਰਹੇ ਹੁੰਦੇ ਨੇ, ਹਾਂਜੀ, ਉਹ ਨਾਲ ਹਾਈਟੀ ਖਾ ਰਹੇ ਹੁੰਦੇ ਤੇ ਨਾਲੇ ਦੇਖਣ ਦੇ ਉਹ ਸੜਕ ਉਧਰ ਨੂੰ ਜਾ ਰਹੀ ਹੈ।
ਨਹੀਂ ਉਹ ਕਿਸ਼ਤ ਲੈ ਕੇ ਨਹੀਂ ਆ ਰਹੇ ਹੁੰਦੇ, ਹਾਂਜੀ ਉਹਨੂੰ ਪਹਿਲਾਂ ਇਹੀ ਤੇ ਫਨ ਬਰੀਫ ਕੀਤਾ ਜਾਂਦਾ ਨਾ, ਤੁਹਾਡਾ ਭਲਾ ਕਿਸ਼ਤ ਤੇ ਲੈ ਕੇ ਉਹਨਾਂ ਨੇ ਹੀ ਆਣੀ ਹਾਂ, ਨਾ। ਉਹ ਫਿਰ ਜਦੋਂ ਮੈਂ ਇਹੀ ਤੇ ਕਹਿ ਰਿਹਾ ਕਿ ਵਿਚਾਰੇ ਨੂੰ ਨਾਲ ਮੈਂਗੋ ਪਾਰਟੀ, ਨਾਲ ਮੈਂਗੋ ਖਾ ਰਹੇ ਨੇ, ਨਾਲ ਹਾਈ ਟੀ ਕਰ ਰਹੇ ਨੇ, ਤੇ ਨਾਲ ਵਿਚਾਰੇ ਦੇਖ ਰਹੇ ਨੇ ਵੀ ਇਹ ਪਾਰਕ ਬਣ ਰਿਹਾ ਹੈ, ਇਹ ਸਾਰਾ ਉਹਨਾਂ ਨੂੰ ਦੱਸਿਆ ਜਾਂਦਾ ਤੇ ਸਰ ਜੀ ਉਹ ਪੈਸੇ ਆਪਣੇ ਹੀ ਖਾਂਦੇ ਨੇ। ਹਾਂ ਉਹ ਆਂਦੇ ਨਾ 10 ਕੋਹ ਦੇ ਮੱਝ ਹੋਵੇ ਤੇ ਦੁੱਧ ਆਪਣਾ ਹੀ ਪੀਣਾ ਹਾਏ ਹੈ। ਹਾਏ ਹਾਏ। ਉਹ ਗੱਲ ਇਸੇ ਤਰ੍ਹਾਂ ਹੀ ਹੈ, ਡਿਵੈਲਪਰ ਨੂੰ ਕਿਧਰੇ ਘਾਟਾ ਨਹੀਂ, ਘਾਟਾ ਹਮੇਸ਼ਾ ਮਜ਼ਲੂਮ ਡੀਲਰ ਨੂੰ, ਹਾਂਜੀ 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 ਹਾਂਜੀ। ਮਜ਼ਲੂਮ ਭੋਲਿਆਂ ਨੂੰ। ਡੀਲਰ ਇਸ ਲਈ ਮਜ਼ਲੂਮ। ਡੀਲਰ ਇਸੇ ਵਾਸਤੇ ਮਜ਼ਲੂਮ ਹੈ, ਮਜ਼ਲੂਮ ਭੋਲਿਆਂ ਨੂੰ ਹੁੰਦਾ ਹੈ। ਇਹ ਜਨਾਬ ਸਾਰੀ ਐਡਜਸਟਮੈਂਟ ਦੀ ਕਹਾਣੀ ਜੇ। ਓਹ ਤੁਸੀਂ ਇਹ ਦੇਖੋ ਦੋਸਤੋ ਕਿ ਇਹ ਕਿੱਥੋਂ ਤੱਕ ਗੇਮਾਂ ਔਰ ਕਿਵੇਂ ਚੱਲੀਆਂ ਜਾ ਰਹੀਆਂ ਨੇ। ਇੱਕ ਡਿਵੈਲਪਰ ਉਹਨੂੰ ਆਪਣਾ ਕੰਮ ਚਲਾਉਣ ਵਾਸਤੇ, ਆਪਣੀਆਂ ਦਿਹਾੜੀਆਂ ਲਾਉਣ ਵਾਸਤੇ, ਆਪਣੇ ਵਿੱਚੋਂ ਸਿਸਟਮ ਦੇ ਵਿੱਚੋਂ ਪੈਸਾ ਕੱਢਣ ਵਾਸਤੇ ਕਿੰਨੇ ਬੰਦਿਆਂ ਨੂੰ ਹਾਇਰ ਕਰਨਾ ਪੈਂਦਾ ਹੈ। ਯਾਨੀ ਜਿੰਨੇ ਬੰਦੇ ਖਿਲਾਫ ਗੱਲਾਂ ਕਰਨ ਵਾਲੇ ਨੇ, ਉਹਨੇ ਸਹੀ ਗੱਲਾਂ ਕਰਨ ਵਾਲੇ ਨੇ। ਫਿਰ ਉਹਨਾਂ ਨੂੰ ਮੁਤਮਿਨ ਕਰਕੇ ਲੋਕਾਂ ਨੂੰ ਮੁਤਮਿਨ ਕੀਤਾ ਜਾਂਦਾ ਕਿ ਤੁਸੀਂ ਪੈਸੇ ਲਿਆਓ, ਕਿਸ਼ਤ ਜਮ੍ਹਾਂ ਕਰਾਓ। ਔਰ ਇਸ ਲਈ ਤੁਸੀਂ ਇਹ ਜ਼ਿਹਨ 'ਚ ਜ਼ਰੂਰ ਰੱਖੋ ਕਿ ਚਾਚਾ ਪ੍ਰਾਪਰਟੀ ਜੀ ਨੇ ਜਿਹੜੀ ਗੱਲ ਕੀਤੀ ਹੈ, ਤੁਸੀਂ ਅਗਰ ਕੋਈ ਚੀਜ਼ ਲੈਣੀ ਹੈ ਤੇ ਇਹੋ ਜਿਹੇ ਝੂਠੇ ਕੰਮਾਂ 'ਚ ਸੱਟੇਬਾਜ਼ੀ 'ਚ ਨਹੀਂ ਫਸਣਾ। ਐਡਜਸਟਮੈਂਟ ਜਿਹੜੀ ਹੈ ਸਿਰਫ ਇੰਨੀ ਕਰਨੀ ਹੈ ਕਿ ਤੁਸੀਂ ਪਲਾਟ ਦੇ ਪੈਸੇ ਦੇਣੇ ਨੇ। ਉਹ ਕੀ ਉਹਨੂੰ ਕਹਿੰਦੇ ਨੇ ਚਾਚਾ ਪ੍ਰਾਪਰਟੀ ਜੀ, ਪੋਜੈਸ਼ਨ ਜੀ ਜੀ, ਪੋਜੈਸ਼ਨ, ਪਲਾਟ ਦੀ ਪੋਜੈਸ਼ਨ ਵਾਲਾ ਪਲਾਟ ਲੈ ਕੇ ਉਹਦੇ ਪੈਸੇ ਦਿਓ ਔਰ ਕਲੀਅਰ ਕਰੋ। ਔਰ ਪੈਸੇ ਕਦੀ ਵੀ ਕੈਸ਼ 'ਚ ਨਹੀਂ ਦੇਣੇ, ਪੇ ਆਰਡਰ 'ਚ, ਚੈੱਕ ਦੀ ਸੂਰਤ 'ਚ। ਔਰ ਡਿਵੈਲਪਰ ਦੇ ਨਾਂ ਤੇ ਚੈੱਕ ਦੇਣਾ, ਡੀਲਰ ਦੇ ਨਾਂ ਤੇ ਨਹੀਂ ਦੇਣਾ। ਹਾਂਜੀ ਹਾਂਜੀ, ਡੀਲਰ ਨੂੰ ਤਾਂ ਕੁਝ ਨਹੀਂ ਦੇਣਾ ਔਰ ਸਿਵਾਏ ਕਮਿਸ਼ਨ ਤੋਂ। ਹਾਂਜੀ, ਸਿਵਾਏ ਕਮਿਸ਼ਨ ਤੋਂ ਕੁਝ ਨਹੀਂ ਦੇਣਾ। ਔਰ ਵੈਸੇ ਭਾਵੇਂ ਉਹਨੂੰ ਅਲੱਗਾ 5-7 ਰੁਪਏ ਦੇ ਪਕੌੜੇ ਲੈ ਦਿਓ ਭਾਵੇਂ, ਲੇਕਿਨ ਕੋਈ ਪੈਸਾ ਪੂਸਾ ਨਾ ਦਿਓ। ਨਹੀਂ, ਕੋਈ ਨਾਨ ਨਹੀਂ ਨਾਲ ਲੈ ਕੇ, ਨਾਨ ਵੀ ਲੈ ਦਿਓ ਜੇ ਦਿਲ ਕਰੇ ਤੇ। ਲੇਕਿਨ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਔਰ ਆਪਣੇ ਪੈਸੇ ਦਾ ਧਿਆਨ ਰੱਖਣਾ, ਆਪਣੀ ਜਗ੍ਹਾ ਦਾ ਧਿਆਨ ਰੱਖਣਾ, ਤਾਂ ਕਿ ਤੁਹਾਡੀ ਹਰ ਚੀਜ਼ ਹਿਫਾਜ਼ਤ 'ਚ ਰਹੇ। ਪ੍ਰੋਗਰਾਮ ਨੂੰ ਦੇਖਦੇ ਰਹਿਣਾ, ਲਾਈਕ ਕਰਦੇ ਰਹਿਣਾ, ਸਬਸਕ੍ਰਾਈਬ ਕਰਦੇ ਰਹਿਣਾ, ਸ਼ੇਅਰ ਕਰਦੇ ਰਹਿਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।